ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਆਪਣੇ ਫਾਦਰ ਸਾਹਿਬ ਦੇ 84ਵੇਂ ਜਨਮ ਦਿਨ 'ਤੇ ਉਹਨਾਂ ਨੂੰ ਯਾਦ ਕਰ ਰਹੀ ਹਾਂ ਅਤੇ ਉਹਨਾਂ ਦੇ ਜੀਵਨ 'ਤੇ ਤਿਆਰ ਕੀਤੀ ਗਈ ਡਾਕੂਮੈਂਟਰੀ ਮੈਂ ਪੁਖਰਾਜ ਟੀਵੀ ਵੱਲੋਂ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦੇ ਰੂਪ ਵਿੱਚ ਪੇਂਟ ਕਰਨ ਜਾ ਰਹੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਇਸ ਨੂੰ ਪ੍ਰਵਾਨ ਕਰੋਗੇ। ਗੁਰਬਚਨ ਸਿੰਘ ਨਰੂਆਣਾ ਇਹ ਇੱਕ ਵਿਅਕਤੀ ਦਾ ਹੀ ਨਾਮ ਨਹੀਂ ਬਲਕਿ ਗੁਰਬਚਨ ਸਿੰਘ ਨਰੂਆਣਾ ਸਾਹਿਤ ਦਾ ਉਹ ਚਿਰਾਗ ਸਨ ਜਿਸ ਦੇ ਚਾਨਣ ਨੇ ਪੰਜਾਬੀ ਸਾਹਿਤ ਨੂੰ ਤਾਉਮਰ ਰੁਸ਼ਨਾਈ ਰੱਖਿਆ। ਗੁਰਬਚਨ ਸਿੰਘ ਨਰੂਆਣਾ ਦਾ ਅੱਜ ਪੰਜਾਬੀ ਸਾਹਿਤ ਵਿੱਚ ਬਹੁਤ ਵੱਡਾ ਨਾਮ ਹੈ। ਪੰਜਾਬੀ ਸਾਹਿਤ ਨੂੰ ਉਹਨਾਂ ਦੀ ਦੇਣ ਕਦੀ ਭੁਲਾਈ ਨਹੀਂ ਜਾ ਸਕਦੀ। ਗੁਰਬਚਨ ਸਿੰਘ ਨਰੂਆਣਾ ਕੌਣ ਨੇ ਤੇ ਕਿਵੇਂ ਉਹਨਾਂ ਇਹ ਮੁਕਾਮ ਹਾਸਲ ਕੀਤੇ, ਅੱਜ ਇਸ ਤੇ ਇੱਕ ਝਾਤ ਮਾਰਦੇ ਹਾਂ। 15 ਮਾਰਚ ਸਨ 1938 ਨੂੰ ਨਾਨਕੇ ਪਿੰਡ ਪੰਨੀਵਾਲਾ ਫੱਤਾ ਜੋ ਉਸ ਵੇਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਸੀ ਤੇ ਅੱਜ-ਕੱਲ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਹੈ, ਵਿਖੇ ਮਾਤਾ ਪ੍ਰਸਿੰਨ ਕੌਰ ਦੀ ਕੁੱਖੋਂ ਜਨਮ ਲਿਆ। ਪਿਤਾ ਦਾ ਨਾਮ ਸਰਦਾਰ ਅਮਰ ਸਿੰਘ ਸਮਾਗ। 3 ਭਰਾਵਾਂ ਵਿੱਚੋਂ ਗੁਰਬਚਨ ਸਿੰਘ ਸਭ ਤੋਂ ਛੋਟੇ ਭਰਾ ਸਨ। ਕਹਿੰਦੇ ਨੇ ਕਿ ਸਾਹਿਤ ਦੀ ਚੇਟਕ ਦਰਦ ਵਿੱਚ ਹੀ ਪੁੰਗਰਦੀ ਹੈ। ਅਜਿਹਾ ਉਹਨਾਂ ਨਾਲ ਵੀ ਹੋਇਆ ਅਤੇ ਮਹਿਜ਼ 2 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਪਾਲਣ ਪੋਸ਼ਣ ਲਈ ਨਾਨੀ ਕਿਸ਼ਨ ਕੌਰ ਨਾਲ ਲੈ ਗਈ ਅਤੇ ਬੜੇ ਲਾਡਾਂ ਨਾਲ ਪਾਲਿਆ, ਪਰ ਕਿਤੇ ਨਾ ਕਿਤੇ ਮਾਂ ਦੀ ਘਾਟ ਮਨ ਵਿੱਚ ਹੀ ਰਹੀ। ਮੁੱਢਲੀ ਸਿੱਖਿਆ ਪੰਨੀਵਾਲ ਫੱਤਾ ਨੇੜੇ ਪਿੰਡ ਉਡਾਂਗਾ ਤੋਂ ਲਈ ਤੇ ਫਿਰ ਪਿਤਾ ਕੋਲ ਨਰੂਆਣਾ ਹੀ ਆ ਗਏ। ਇੱਥੇ ਚੌਥੀ ਕਲਾਸ ਤੋਂ ਖਾਲਸਾ ਸਕੂਲ ਬਠਿੰਡਾ ਵਿਖੇ ਪੜ੍ਹਾਈ ਸ਼ੁਰੂ ਕੀਤੀ। BA 1960 ਵਿੱਚ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਅਤੇ MA ਪ੍ਰਾਈਵੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਇਸੇ ਸਮੇਂ ਦੌਰਾਨ ਸਾਲ 1960 ਤੋਂ 1964 ਵਿੱਚ ਡਾਕਟਰ MS ਰੰਧਾਵਾ ਨੇ ਘਰ ਘਰ ਲਾਇਬ੍ਰੇਰੀ ਦੀ ਮੁਹਿੰਮ ਚਲਾਈ ਹੋਈ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰਬਚਨ ਸਿੰਘ ਨੇ ਵੀ ਆਪਣੀ ਜ਼ਿੰਦਗੀ ਦਾ ਪਹਿਲਾ ਕਿਤਾਬਾਂ ਦਾ ਸੈੱਟ ਉਹਨਾਂ ਹੱਥੋਂ ਪ੍ਰਾਪਤ ਕੀਤਾ। ਫਿਰ ਤਾਂ ਜਿਵੇਂ ਇਹ ਕਿਤਾਬਾਂ ਗੁਰਬਚਨ ਸਿੰਘ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੀ ਬਣ ਗਈਆਂ ਅਤੇ ਦੇਖਦੇ ਹੀ ਦੇਖਦੇ ਅੱਜ ਉਹਨਾਂ ਦੇ ਘਰ 7000 ਕਿਤਾਬਾਂ ਦੀ ਇੱਕ ਵਿਸ਼ਾਲ ਲਾਇਬ੍ਰੇਰੀ ਹੈ। ਸਾਲ 1961 ਵਿੱਚ ਉਹਨਾਂ ਦਾ ਵਿਆਹ ਜਸਬੀਰ ਕੌਰ ਪੁੱਤਰੀ ਸਰਦਾਰ ਮੋਹਰ ਸਿੰਘ ਨਾਲ ਨਾਨਕੇ ਪਿੰਡ ਪੰਨੀਵਾਲਾ ਫੱਤਾ ਵਿਖੇ ਹੀ ਹੋਇਆ। ਪਤਨੀ ਜਸਬੀਰ ਕੌਰ ਨੇ ਉਹਨਾਂ ਦਾ ਹਰ ਔਖੇ ਸੌਖੇ ਹਾਲਾਤ ਵਿੱਚ ਸਾਥ ਦਿੱਤਾ। ਸਾਡੀ ਜਿਹੜੀ ਬੀਬੀ ਸੀ, ਸਾਡੀ ਜਿਹੜੀ ਹੈਗੀ ਮਦਰ ਇਨ ਲਾ ਜਸਬੀਰ ਕੌਰ, ਉਹ ਵੀ ਇੰਨੀ ਮਿਹਨਤੀ ਸੀ। ਉਹਨਾਂ ਨੇ ਸਵੇਰੇ ਹੀ ਉੱਠ ਕੇ ਇਹਨਾਂ ਨੂੰ ਖਾਣਾ ਵਗੈਰਾ ਬਣਾ ਕੇ ਤੇ ਇਹ ਤਿਆਰ ਹੋ ਕੇ ਬਸ ਚਾਹ ਪੀ ਕੇ ਚਾਹ ਦੇ ਨਾਲ ਹੀ ਪਰੌਠੇ ਖਾ ਕੇ ਤੇ ਰੋਟੀ ਬੰਨ੍ਹ ਕੇ ਤੁਰ ਜਾਂਦੇ ਸੀ। ਉਦੋਂ ਬਾਅਦ ਆ ਕੇ ਵੀ ਲੇਟ ਆਉਂਦੇ, ਲੇਟ ਆ ਕੇ ਵੀ ਇਹਨਾਂ ਨੇ ਪੜ੍ਹੀ ਜਾਂਦੇ, ਬਸ ਥੋੜ੍ਹੀ ਬਹੁਤੀ ਮਤਲਬ ਦੀ ਗੱਲ ਕਰਦੇ ਸਾਡੇ ਨਾਲ, ਨਹੀਂ ਇਹਨਾਂ ਦਾ ਇਹ ਸੀ ਵੀ ਪੜ੍ਹਦੇ ਇਹ। ਉਹਨਾਂ ਘਰ 4 ਬੇਟੀਆਂ ਅਤੇ 1 ਬੇਟੇ ਨੇ ਜਨਮ ਲਿਆ। ਉਹਨਾਂ ਦੀ ਜਾਗਰੂਕ ਸੋਚ ਦਾ ਪਤਾ ਇਸ ਗੱਲ ਤੋਂ ਹੀ ਲੱਗਦਾ ਹੈ ਕਿ ਉਹਨਾਂ ਧੀ ਅਤੇ ਪੁੱਤ ਵਿੱਚ ਰੱਤੀ ਭਰ ਵੀ ਫਰਕ ਨਹੀਂ ਕੀਤਾ। ਧੀਆਂ ਨੂੰ ਵੀ ਪੜ੍ਹਾ ਲਿਖਾ ਕੇ ਅੱਗੇ ਵਧਣ ਲਈ ਪ੍ਰੇਰਿਆ। ਗਿਆਨੀ ਮੈਨੂੰ ਉਹਨਾਂ ਨੇ ਕਰਵਾਈ ਸੀ। ਉਦੋਂ ਮਤਲਬ ਉਹਨਾਂ ਨੂੰ ਜਦੋਂ ਪੜ੍ਹਾਇਆ ਮੈਨੂੰ ਸਾਰਾ, ਤੇ ਮੈਨੂੰ ਮਨ 'ਚ ਮੇਰੇ ਸਾਰੀ ਗੱਲ ਬਿਠਾਤੀ। ਮੈਂ ਉਹ ਮਤਲਬ ਚੰਗੇ ਨੰਬਰਾਂ ਲੈ ਕੇ ਪਾਸ ਹੋਈ। ਫਿਰ ਬਹੁਤ ਹੀ ਅਗਾਂਹ ਵਧੂ ਸੀਗੇ ਉਹ। ਸਾਨੂੰ ਉਸ ਟਾਈਮ ਵੀ ਮਤਲਬ ਫਿਲਮਾਂ ਦਿਖਾਉਂਦੇ ਸੀਗੇ ਜਦੋਂ ਕਿ ਲੋਕ ਇਸ ਬਾਰੇ ਜਾਣਦੇ ਵੀ ਨਹੀਂ ਸੀਗੇ। ਸਾਨੂੰ ਉਹਨਾਂ ਨੇ ਕਈ ਪਰਿਵਾਰਕ ਫਿਲਮਾਂ ਵੀ ਦਿਖਾਈਆਂ ਗਈਆਂ ਤੇ ਉਹਨਾਂ ਨੂੰ ਫਿਲਮਾਂ ਦਾ ਵੀ ਕਾਫੀ ਸ਼ੌਂਕ ਸੀਗਾ।
ਉਹਨਾਂ ਨੂੰ ਦਲੀਪ ਕੁਮਾਰ ਤੇ ਮੀਨਾ ਕੁਮਾਰੀ ਬਹੁਤ ਅੱਛੀ ਲੱਗਦੀ ਸੀ। ਜਦੋਂ ਮੇਰੇ ਫਾਦਰ ਦੀ ਮੈਰਿਜ ਕਾਟ 'ਚ ਹੋਈ ਤਾਂ ਉਦੋਂ ਉਹਨਾਂ ਨੇ ਮੇਰੀ ਮਦਰ ਸਰਦਾਰਨੀ ਜਸਵੀਰ ਕੌਰ ਦੇ ਘਰ ਆਮਦ ਤੇ ਇੱਕ ਕਵਿਤਾ ਰਚੀ, ਔਰ ਜਦੋਂ ਉਹਨਾਂ ਦੀ ਡੈਥ 2006 'ਚ ਮੇਰੀ ਮਦਰ ਦੀ ਹੋਈ ਫਿਰ ਇੱਕ ਕਵਿਤਾ ਰਚੀ। ਉਹ ਕਵਿਤਾ ਦੋਨੋਂ ਜਿਹੜੀ ਮੈਰਿਜ ਵੇਲੇ ਵਾਲੀ ਸੀ ਔਰ ਜਿਹੜੀ ਡੈਥ ਵੇਲੇ ਹੋਈ ਸੀ, ਉਹਨਾਂ ਦੋਨਾਂ ਨੂੰ ਇੱਕ ਪੇਜ ਤੇ ਫੋਟੋ ਸਟੇਟ ਕਰਵਾ ਕੇ ਸਾਡੇ 5 ਭੈਣ ਭਰਾਵਾਂ 'ਚ ਉਹ ਵੰਡ ਦਿੱਤੀ ਗਈ। ਕਹਿਣ ਤੋਂ ਭਾਵ ਹੈ ਕਿ ਉਹ ਉਹਨਾਂ ਦੀ ਸੋਚ ਵੀ ਪੜ੍ਹਾਈ ਨਾਲ, ਉਹਨਾਂ ਦੇ ਦੁੱਖ ਵੀ ਪੜ੍ਹਾਈ ਨਾਲ, ਉਹਨਾਂ ਦੀ ਖੁਸ਼ੀ ਵੀ ਪੜ੍ਹਾਈ ਨਾਲ, ਔਰ ਉਹ ਇਸ ਤਰ੍ਹਾਂ ਹੀ ਦੇ ਹੀ ਇਨਸਾਨ ਸਨ। ਉਹ ਮੈਨੂੰ ਉਹਨਾਂ ਦੀ ਯਾਦ ਆ ਜਿਹੜੀ ਹੁਣ ਆ ਰਹੀ ਹੈ। ਜਦੋਂ ਮੇਰਾ ਬਰਥ ਹੋਇਆ ਤਾਂ ਸਭ ਨੇ ਇਹ ਕਿਹਾ ਕਿ ਚੌਥੀ ਬੇਟੀ ਹੋ ਗਈ, ਤਾਂ ਮਤਲਬ ਜਿੱਦਾਂ ਅਫਸੋਸ ਹੁੰਦਾ ਕਿ ਕਾਸ਼ ਬੇਟਾ ਹੋ ਜਾਂਦਾ ਤਾਂ 2 ਬੇਟੇ ਹੋ ਜਾਂਦੇ, ਜੋੜੀ ਬਣ ਜਾਂਦੀ। ਪਰ ਉਹਨਾਂ ਨੇ ਇਹ ਕਿਹਾ ਕਿ ਇਹ ਮੇਰੀ ਸਭ ਤੋਂ ਕਿਸਮਤ ਵਾਲੀ ਬੇਟੀ ਆ ਔਰ ਮੇਰੀ ਸਭ ਤੋਂ ਲਾਡਲੀ ਬੇਟੀ ਆ। ਕਿਸੇ ਨੇ ਇਹਦੇ ਹੋਣ ਤੇ ਅਫਸੋਸ ਨਹੀਂ ਕਰਨਾ, ਕਿਉਂਕਿ ਜੇ ਬੱਚੇ ਦੇ ਹੋਣ ਤੇ ਆਪਾਂ ਅਫਸੋਸ ਕਰਦੇ ਆ ਤਾਂ ਉਹਦੀ ਕਿਸਮਤ ਵੀ ਉੱਦਾਂ ਦੀ ਫਿਰ ਹੁੰਦੀ ਆ। ਉਹ ਕਹਿੰਦੇ ਵੀ ਮੈਂ ਆਪਣੀ ਬੇਟੀ ਨੂੰ ਸਭ ਤਰ੍ਹਾਂ ਦੀਆਂ ਖੁਸ਼ੀਆਂ ਦੇਵਾਂਗਾ, ਸਭ ਸੁੱਖ ਸਹੂਲਤਾਂ ਦੇਵਾਂਗਾ, ਇਹ ਮੇਰੀ ਜ਼ਿੰਮੇਵਾਰੀ ਆ, ਕਿਸੇ ਤੇ ਕੋਈ ਬੋਝ ਨਹੀਂ ਆ, ਮੇਰੇ ਲਈ ਸਭ ਤੋਂ ਜ਼ਿਆਦਾ ਪਿਆਰੀ ਆ। ਉਹਨਾਂ ਨੇ ਮੇਰੀ ਹਰ ਖੁਆਇਸ਼ ਪੂਰੀ ਕੀਤੀ। ਮੈਨੂੰ ਮੈਂ ਅਸੀਂ ਬਲੈਸਡ ਫੀਲ ਕਰਦੇ ਹਾਂ ਕਿ ਸਾਡੇ ਘਰੇ ਇੰਨਾ ਜ਼ਿਆਦਾ ਲਿਟਰੇਰੀ ਮਾਹੌਲ ਸੀ, ਸਾਨੂੰ ਇੰਨੀਆਂ ਅੱਛੀਆਂ ਬੁੱਕਸ ਪੜ੍ਹਨ ਦਾ ਮੌਕਾ ਮਿਲਿਆ। ਹਰ ਤਰ੍ਹਾਂ ਦੀ ਸਾਹਿਤ ਸਾਡੇ ਘਰ ਸੀਗਾ, ਜਿਹੜਾ ਅਸੀਂ ਉਹਨਾਂ ਨੇ ਸਾਡੀ ਏਜ ਦੇ ਅਕੋਰਡਿੰਗ ਸਾਨੂੰ ਜਿੱਦਾਂ ਅਸੀਂ ਗਰੋਨ ਅਪ ਹੋ ਰਹੇ ਸੀਗੇ, ਉਹਨਾਂ ਨੇ ਸਾਨੂੰ ਉੱਦਾਂ ਦੀਆਂ ਬੁੱਕਸ ਪੜ੍ਹਾਈਆਂ ਤਾਂ ਸਾਡੀ ਵੀ ਰੁਚੀ ਹੋ ਗਈ ਬੁੱਕਸ ਪੜ੍ਹਨ ਦੇ ਵਿੱਚ। ਮੈਂ ਹੁਣ ਵੀ ਮਤਲਬ ਮੇਰੇ ਘਰੇ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਆ, ਤੇ ਮੈਂ ਮਤਲਬ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਹੁਣ ਵੀ ਪੜ੍ਹਨ 'ਚ ਰੁਚੀ ਰੱਖਦੀ ਹਾਂ, ਅੱਛੀਆਂ ਬੁੱਕਸ ਪੜ੍ਹਨ 'ਚ। ਸਵੈ ਜੀਵਨੀਆਂ ਸਪੈਸ਼ਲੀ ਮੇਰੀਆਂ ਫੇਵਰੇਟ ਨੇ। ਮੇਰਾ ਇਹ ਸੁਪਨਾ ਕਿ ਜਦ ਤੱਕ ਅਸੀਂ ਉਹਨਾਂ ਦਾ ਕੋਈ ਦਿਨ ਮਨਾਵਾਂਗੇ, ਜਦ ਤੱਕ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹਨਾਂ ਦੀ ਯਾਦ ਰਵੇ ਹਮੇਸ਼ਾ, ਤਾਂ ਉਹਨਾਂ ਦੇ ਜਿਹੜਾ ਵੀ ਜੋ ਉਹਨਾਂ ਨੇ ਸਮਾਜ ਨੂੰ ਦਿੱਤਾ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸੀਏ। ਉਹਨਾਂ ਦੇ ਸੁਪੁੱਤਰ ਸੁਖਚੈਨ ਸਿੰਘ ਵੀ ਪਿਤਾ ਦੇ ਨਕਸ਼ੇ ਕਦਮਾਂ ਤੇ ਹੀ ਨੇ, ਪਰ ਉਹਨਾਂ ਦਾ ਪਹਿਲਾ ਸ਼ੌਕ ਫਿਲਮਾਂ ਵੇਖਣ ਦਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਉਹਨਾਂ ਕੋਲ 5000 ਦੇ ਕਰੀਬ ਫਿਲਮਾਂ ਦੇ ਪ੍ਰਿੰਟ ਮੌਜੂਦ ਹਨ ਅਤੇ ਦੂਜਾ ਸ਼ੌਕ ਪਿਤਾ ਵਾਂਗ ਕਿਤਾਬਾਂ ਪੜ੍ਹਨ ਦਾ ਹੀ ਹੈ। ਮੈਂ ਛੋਟਾ ਸੀਗਾ, ਮੇਰਾ ਬਚਪਨ ਸੀਗਾ, ਤਾਂ ਮੈਂ ਆਪਣੇ ਘਰ ਦੇ ਵਿੱਚ ਇਹ ਲਾਇਬ੍ਰੇਰੀ ਦੇਖੀ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੀ ਲਾਇਬ੍ਰੇਰੀ ਮੇਰੇ ਦੋਸਤਾਂ ਦੇ ਜਾਂ ਹੋਰ ਮੇਰੇ ਮਿੱਤਰਾਂ ਦੇ ਘਰ ਵਿੱਚ ਹੋਣਗੀਆਂ, ਪਰ ਨਹੀਂ। ਬਾਅਦ ਵਿੱਚ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਲਾਇਬ੍ਰੇਰੀ ਤਾਂ ਬਹੁਤ ਘੱਟ ਆ, ਚੰਨੀ ਪੰਜਾਬ ਦੇ ਵਿੱਚ ਹੀ ਬਹੁਤ ਘੱਟ ਪਾਈਆਂ ਜਾਂਦੀਆਂ ਹੈਗੀਆਂ। ਤਾਂ ਇਸ ਗੱਲ ਦੀ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ। ਫਿਰ ਬਚਪਨ ਦੇ ਵਿੱਚ ਮੈਨੂੰ ਉਹਨਾਂ ਨੇ ਬਹੁਤ ਸਾਰੀਆਂ ਬਾਲ ਕਹਾਣੀਆਂ, ਬਾਲ ਸਾਹਿਤ ਲਿਆ ਕੇ ਦੇਣਾ। ਇੱਕ ਮੈਗਜ਼ੀਨ ਚੰਪਕ ਉਹਨਾਂ ਨੇ ਮੈਨੂੰ ਲਿਆ ਕੇ ਦੇਣਾ ਅਤੇ ਮੈਨੂੰ ਕਿਤਾਬਾਂ ਦਾ ਬਹੁਤ ਸ਼ੌਂਕ ਪਾਇਆ। ਮੇਰੇ ਲਈ ਛੋਟੀ ਜਿਹੀ ਇੱਕ ਅਲਮਾਰੀ ਵੀ ਬਣਾਈ ਜਿਹਦੇ ਵਿੱਚ ਮੈਂ ਆਪਣੀਆਂ ਕਿਤਾਬਾਂ ਸਾਂਭ ਕੇ ਰੱਖਦਾ। ਤਾਂ ਇਸ ਤਰ੍ਹਾਂ ਹੌਲੀ ਹੌਲੀ ਮੇਰੇ ਪਿਤਾ ਜੀ ਮੇਰੇ ਗੁਰੂ ਵੀ ਹਨ ਅਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਤਾਲੀਮ ਤਾਂ ਦਿੱਤੀ ਹੀ ਅਤੇ ਬਹੁਤ ਅੱਛੇ ਸੰਸਕਾਰ ਵੀ ਦਿੱਤੇ। ਜਿਸ ਤਰ੍ਹਾਂ ਉਹਨਾਂ ਨੂੰ ਸ਼ੌਂਕ ਸੀਗੇ ਕਿਤਾਬਾਂ ਇਕੱਠੀਆਂ ਕਰਨ ਦੇ ਜਾਂ ਅਖਬਾਰਾਂ ਦੇ ਵਿੱਚ ਲੇਖ ਵਗੈਰਾ ਭੇਜਣ ਦੇ, ਹੌਲੀ ਹੌਲੀ ਮੈਨੂੰ ਵੀ ਸ਼ੌਂਕ ਹੋਇਆ। ਮੇਰੇ ਪਾਸ ਵੀ ਫਿਲਮਾਂ ਦੀ ਬਹੁਤ ਵੱਡੀ ਲਾਇਬ੍ਰੇਰੀ ਆ। ਮੇਰੇ ਪਾਸ 5000 ਫਿਲਮਾਂ ਦੇ ਪ੍ਰਿੰਟ ਨੇ, ਹਿੰਦੀ ਫਿਲਮਾਂ ਦੇ। ਤਾਂ ਅਸੀਂ ਅਕਸਰ ਆਪਸ 'ਚ ਗੱਲਾਂ ਕਰਦੇ ਸੀ ਕਿ ਉਹਨਾਂ ਨੂੰ 1 ਨੰਬਰ ਕਿਤਾਬਾਂ ਦਾ ਸ਼ੌਂਕ ਆ ਅਤੇ ਨੰਬਰ 2 'ਤੇ ਫਿਲਮਾਂ ਦਾ। ਮੈਨੂੰ ਨੰਬਰ 1 'ਤੇ ਫਿਲਮਾਂ ਦਾ ਸ਼ੌਂਕ ਆ, ਨੰਬਰ 2 'ਤੇ ਕਿਤਾਬਾਂ ਦਾ। ਅਤੇ ਇਸ ਤਰ੍ਹਾਂ ਸਾਡੇ ਦੇ ਵਿੱਚ ਜਦੋਂ ਉਹਨੇ ਵੱਡੀ ਉਮਰ ਹੋਈ ਤਾਂ ਸਾਡੇ ਆਪਸ ਵਿੱਚ ਅਸੀਂ ਜਦੋਂ ਵੀ ਗੱਲਬਾਤ ਕਰਦੇ ਤਾਂ ਅਸੀਂ ਇੱਕ ਦੋਸਤ ਦੀ ਤਰ੍ਹਾਂ ਹੀ ਗੱਲਬਾਤ ਕਰਦੇ ਅਤੇ ਇਕੱਠੇ ਉਹਨਾਂ ਨੂੰ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ ਦਿਖਾਈਆਂ। ਉਹ ਮੈਨੂੰ ਕਿਤਾਬਾਂ ਬਾਰੇ ਬਹੁਤ ਗੱਲਾਂ ਦੱਸਦੇ ਅਤੇ ਉਹਨਾਂ ਨੂੰ ਪੰਜਾਬੀ ਸਾਹਿਤ ਤੋਂ ਇਲਾਵਾ ਉਰਦੂ ਦਾ ਵੀ ਬਹੁਤ ਸ਼ੌਕ ਸੀਗਾ। ਉਰਦੂ ਪੰਜਾਬੀ ਲਿਟਰੇਚਰ ਦੇ ਨਾਲ ਉਹਦਾ ਸੰਬੰਧ ਰੱਖਦਾ ਗਾ। ਉਰਦੂ ਸਿੱਖਣਾ ਜ਼ਰੂਰੀ ਆ, ਇਹ ਗੱਲ ਵੀ ਉਹ ਕਹਿੰਦੇ ਹੁੰਦੇ ਸੀਗੇ। ਗੁਰਬਚਨ ਸਿੰਘ ਨਰਵਾਣਾ ਦੇ ਘਰ ਦੀ ਸਾਹਿਤਕ ਮਹਿਕ ਵਿੱਚ ਬਣੀ ਲਾਇਬ੍ਰੇਰੀ ਇੱਕ ਤਿਲਸਮੀ ਜਾਦੂ ਦੀ ਤਰ੍ਹਾਂ ਹੈ, ਜੋ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਆਕਰਸ਼ਿਤ ਕਰਦੀ ਹੈ। ਜੋ ਵੀ ਇਸ ਪਰਿਵਾਰ ਨਾਲ ਜੁੜਦਾ ਹੈ, ਉਸ ਅੰਦਰ ਕਿਤਾਬਾਂ ਪ੍ਰਤੀ ਲਗਾ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ। ਮੈਨੂੰ ਥੋੜ੍ਹੀਆਂ ਜਿਹੀਆਂ ਸਾਹਿਤਕ ਰੁਚੀਆਂ ਸੀ, ਬਹੁਤੀਆਂ ਨਹੀਂ ਸੀ, ਥੋੜ੍ਹੀਆਂ ਸੀਗੀਆਂ। ਅਤੇ ਜਦੋਂ ਮੇਰੇ ਮੈਰਿਜ ਹੋਈ ਅਤੇ ਇੱਥੇ ਆ ਕੇ ਮੈਂ ਬੁੱਕਸ ਦੇਖੀਆਂ ਜਦੋਂ, ਅਤੇ ਮੈਨੂੰ ਬੜਾ ਪੜ੍ਹਨ ਦਾ ਸ਼ੌਕ ਹੋਇਆ।
ਲਗਭਗ ਮੈਂ ਜਿੰਨੇ ਵਾਰੀ ਵੀ ਇੱਥੇ ਆਇਆ ਉਹਨਾਂ ਦੇ ਵਿੱਚੋਂ ਮੈਂ ਇੱਕ ਅੱਧੀ ਕਿਤਾਬ ਜ਼ਰੂਰ ਪੜ੍ਹ ਕੇ ਜਾਂਦਾ ਹੁੰਦਾ ਸੀ। ਇੱਥੋਂ ਮੈਨੂੰ ਜਿਹੜੀਆਂ ਸਾਰਿਆਂ ਤੋਂ ਵੱਧ ਇੱਕ ਹੋਇਆ ਅਲ ਹਿੰਦ, ਇੱਕ ਮੇਰੇ ਖਿਆਲ ਇਬਨ ਬਤੂਤਾ ਦੀ ਲਿਖੀ ਹੋਈ ਬੁੱਕ ਹੈ ਜਿਹੜੀ ਪੰਜਾਬੀ ਦੇ ਵਿੱਚ ਮੈਨੂੰ ਇੱਥੋਂ ਹੀ ਮਿਲੀ, ਹੋਰ ਕਿਤੋਂ ਮਿਲੀ ਨਹੀਂ ਸੀਗੀ। ਉਹ ਤੁਗਲਕ ਰਾਜ ਦੇ ਵੇਲੇ ਦੀ ਸੀਗੀ ਅਤੇ ਉਹ ਮੈਂ ਸਾਰੀ ਇੱਥੇ ਬਹਿ ਕੇ ਪੜ੍ਹੀ। ਇੱਕ ਦੂਸਰਾ ਸੀ ਜਿਹੜਾ ਰਿਗਵੇਦ ਬਾਰੇ ਮੈਨੂੰ ਗਿਆਨ ਹੋਇਆ, ਉਹ ਮੈਨੂੰ ਕਿਤੇ ਪਹਿਲਾਂ ਮੈਂ ਕਿਸੇ ਬੁੱਕ 'ਚ ਨਹੀਂ ਪੜ੍ਹਿਆ ਸੀ ਵੀ ਸ਼ੁਰੂ ਦੇ ਵਿੱਚ ਰਿਗਵੇਦ ਹੀ ਇਕੱਲਾ ਲਿਖਿਆ ਗਿਆ ਸੀ। ਜਿਹੜੇ ਦੂਜੇ ਵੇਦ ਆ 4 ਉਹ ਬਾਅਦ ਦੇ ਵਿੱਚ ਉਹ ਰਿਗਵੇਦ 'ਚੋਂ ਅਲੱਗ ਕੀਤੇ ਗਏ ਆ। ਵੇਦ ਇਕੱਲਾ ਪਹਿਲਾਂ ਰਿਗਵੇਦ ਹੀ ਸੀ, ਉਹ ਵੀ ਮੈਨੂੰ ਇੱਥੇ ਬੁੱਕਸ ਪੜ੍ਹਨ ਦੇ ਵਿੱਚੋਂ ਹੀ ਪਤਾ ਲੱਗਿਆ। ਅਤੇ ਇਹਨਾਂ ਤੋਂ ਦੂਸਰੀ ਇੱਕ ਹੋਰ ਚੀਜ਼ ਸੀ ਜਿਹੜੀ ਇੱਕ ਸ਼ਾਇਰ ਹੋਇਆ ਵਾ ਆਪਣਾ ਬਾਬੂ ਰਾਜਬਲੀ, ਉਹਦੀਆਂ ਬੁੱਕਸ ਲਗਭਗ 9 ਵੋਲੀਅਮ ਹੈਗੇ, ਉਹ ਮੈਂ ਇੱਥੇ ਬਹਿ ਕੇ ਪੜ੍ਹੇ ਹੈ ਇਹਨਾਂ ਕੋਲ। ਜਾਂ ਮੈਂ ਇੱਥੋਂ ਬੁੱਕਸ ਲੈ ਜਾਂਦਾ ਸੀਗਾ, ਉਹ ਹੋਰ ਕਿਤੇ ਮੈਨੂੰ ਹੋਰ ਕਿਤੋਂ ਨਹੀਂ ਮਿਲੀਆਂ ਸੀ, ਉਹ ਵੀ ਮੈਂ ਇੱਥੋਂ ਹੀ ਲੈ ਕੇ ਜਾਂਦਾ ਸੀ। ਬਹੁਤ ਸਾਰੀਆਂ ਬੁੱਕਸ ਦਾ ਮੈਨੂੰ ਮਤਲਬ ਇੱਥੋਂ ਲਾਭ ਹੋਇਆ ਜਿਹੜਾ। ਤੇ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਇੰਨੀ ਸੀਗੀ ਵੀ ਮੈਨੂੰ ਕਿਤੇ ਇਉਂ ਮੌਕਾ ਲੱਗਿਆ ਹੀ ਨਹੀਂ ਸੀਗਾ ਵੀ ਮੈਂ ਆਪਦੇ ਘਰੇ ਆਇਆ ਕਿ ਮੈਂ ਸਹੁਰੇ ਘਰ ਹਾਂ। ਆਮ ਤੌਰ 'ਤੇ ਮੈਨੂੰ ਇਉਂ ਹੀ ਲੱਗਦਾ ਹੁੰਦਾ ਜਿਵੇਂ ਮੇਰਾ ਆਪਣਾ ਬਾਪ ਹੈ। ਮੇਰੇ ਕੋਲੇ ਵੀ ਜਾਂਦੇ ਤਾਂ ਉੱਥੇ ਵੀ ਉਹ ਸਾਹਿਤਕ ਗੱਲਾਂ ਹੀ ਬਹੁਤੀਆਂ ਕਰਦੇ ਜੇ ਸਾਡਾ ਆਪਸ ਵਿੱਚ ਜਿਹੜੀ ਸਾਂਝ ਹੁੰਦੀ ਸੀਗੀ। ਪਹਿਲੇ ਦਿਨ ਮੈਂ ਇਹਨਾਂ ਦੇ ਇੱਥੇ ਘਰੇ ਆਇਆ ਅਤੇ ਇਹਨਾਂ ਦੇ ਅੰਦਰ ਆਨੰਦ ਕਾਰਜ ਤੋਂ ਬਾਅਦ ਫੋਟੋਆਂ ਖਿੱਚਣ ਵਾਸਤੇ ਅੰਦਰ ਲੈ ਗਏ ਮੈਨੂੰ, ਅਤੇ ਉੱਥੇ ਮੈਂ ਲਾਇਬ੍ਰੇਰੀ ਦੇਖੀ। ਮੈਂ ਮਤਲਬ ਹੈਰਾਨ ਰਹਿ ਗਿਆ ਅਤੇ ਮਤਲਬ ਬਾਅਦ 'ਚ ਉੱਥੇ ਸੰਬੰਧ 'ਚ ਗੱਲਾਂ ਵੀ ਹੁੰਦੀਆਂ ਰਹੀਆਂ। ਦੂਜੀ ਗੱਲ, ਜਦੋਂ ਵੀ ਇਹਨਾਂ ਨਾਲ ਕਦੇ ਵੀ ਕਿਸੇ ਵੀ ਗੱਲ 'ਤੇ ਗੱਲ ਛਿੜ ਪੈਂਦੀ, ਕੋਈ ਟੌਪਿਕ 'ਤੇ ਮੈਂ ਥੋੜ੍ਹਾ ਜਿਹਾ ਕਮਿਊਨਿਸਟ ਮੂਵਮੈਂਟ ਨਾਲ ਰਿਹਾ, ਉਹਦੇ ਕਰਕੇ ਮੇਰੀ ਆਦਤ ਸੀ ਮੈਂ ਕੁਐਸਚਨ ਕਰ ਦਿੰਦਾ। ਕਦੇ ਕੋਈ ਕਿਸੇ ਗੱਲ 'ਤੇ ਛਿੜਪੀ, ਕਦੇ ਕਿਸੇ ਗੱਲ 'ਤੇ ਛਿੜਪੀ। ਕਿਸੇ ਗੱਲ 'ਤੇ ਮੈਂ ਮਾਮੂਲੀ ਜਿਹਾ ਕੁਐਸਚਨ ਕਰਦਾ ਅਤੇ ਇਹ ਉਸ ਗੱਲ ਦੀ ਪੂਰੀ ਵਿਆਖਿਆ, ਈਵਨ ਮਾਰਕਸਵਾਦ ਦੇ ਕਿਸੇ ਪੁਆਇੰਟ 'ਤੇ ਗੱਲ ਚੱਲ ਪਈ ਤਾਂ ਉਹ ਵੀ ਉਹਨਾਂ ਨੇ ਮਤਲਬ ਸਿਰੇ ਲਾ ਦੇਣੀ ਹੈ। ਚਾਹੇ ਕੋਈ ਪਦਾਰਥਵਾਦ 'ਤੇ ਚੱਲ ਪਈ, ਉਹ ਵੀ ਸਿਰੇ ਲਾ ਦੇਣੀ ਹੈ। ਜੇ ਗੁਰਬਾਣੀ 'ਤੇ ਗੱਲ ਚੱਲਦੀ ਹੈ ਕਦੇ ਕਿਸੇ ਵੇਲੇ, ਤਾਂ ਗੁਰਬਾਣੀ 'ਤੇ ਉਹਨਾਂ ਨੇ ਗੁਰਬਾਣੀ ਦਾ ਮਤਲਬ ਇੰਨਾ ਡੂੰਘਾ ਅਧਿਐਨ ਸੀ ਉਹਨਾਂ ਦਾ ਵੀ ਐਂ ਨਹੀਂ ਵੀ ਉਹਨਾਂ ਦਾ ਅਧਿਐਨ ਇਸ ਪੱਖੋਂ ਨਹੀਂ ਸੀ ਵੀ ਉਹਨਾਂ ਦੀ ਸ਼ਰਧਾ ਹੈ ਅਤੇ ਉਹਦੇ 'ਚ ਮੱਥਾ ਟੇਕਣਾ। ਉਹਨਾਂ ਦੇ ਬਾਰੇ ਉਹਨਾਂ ਨੂੰ ਮਤਲਬ ਗੁਰਬਾਣੀ ਦੇ ਗਿਆਤਾ ਸੀ। ਇਹਨਾਂ ਦੀ ਚੀਜ਼ ਜੋ ਮੈਨੂੰ ਲੱਗਦੀ ਸੀ ਕਿ ਇਹਨਾਂ ਦੇ ਹਰ ਸ਼ਬਦ ਦੇ ਵਿੱਚ ਗਿਆਨ ਦੀ ਚਮਕ ਸੀ, ਔਰ ਉਹ ਜੋ ਪੜ੍ਹੀਆਂ ਹੋਈਆਂ ਚੀਜ਼ਾਂ ਜਾਂ ਪੜ੍ਹੀਆਂ ਹੋਈਆਂ ਕਿਤਾਬਾਂ ਇਹਨਾਂ ਦੀ ਰੂਹ ਵਿੱਚ ਵਸੀਆਂ ਸੀ ਔਰ ਇਹਨਾਂ ਦੇ ਹਰ ਐਕਸ਼ਨ ਵਿੱਚ ਸੀ। ਕਿਉਂਕਿ ਜੇ ਆਪਾਂ ਦੇਖੀਏ ਕਿ ਆਪਣੀਆਂ ਲੜਕੀਆਂ ਨੂੰ ਉੱਚੀ ਸਿੱਖਿਆ ਦੇਣੀ ਔਰ ਉਹਨਾਂ ਨੂੰ ਆਜ਼ਾਦ ਵਿਚਾਰਤ ਸੋਚਣ ਦੀ ਜਿਹੜੀ ਆ ਇਜਾਜ਼ਤ ਦੇਣੀ, ਇਹੀ ਇੱਕ ਸਿੱਖਿਆ ਦੀ ਨਿਸ਼ਾਨੀ ਸੀ। ਇਕੱਲੀਆਂ ਕਿਤਾਬਾਂ ਪੜ੍ਹਨਾ, ਕੱਛ 'ਚ ਕਿਤਾਬਾਂ ਲੈਣਾ, ਮੈਂ ਸਮਝਦਾ ਨਹੀਂ ਕੋਈ ਗਿਆਨੀ ਹੁੰਦਾ। ਗਿਆਨੀ ਉਹੀ ਹੁੰਦਾ ਜਿਹਦੇ ਗੱਲਾਂ ਬਾਤਾਂ 'ਚੋਂ ਅਤੇ ਉਹਦੀ ਰੂਹ 'ਚੋਂ ਔਰ ਉਹਦੇ ਐਕਸ਼ਨ ਦੇ ਵਿੱਚੋਂ ਗਿਆਨ ਝਲਕਦਾ ਹੋਵੇ। ਤਾਂ ਉਹ ਉਹਦਾ ਬਹੁਤ ਵੱਡਾ ਸਮੁੰਦਰ ਸੀਗੇ। ਉਹਨਾਂ ਬਾਰੇ ਗੱਲ ਕਰਨੀ ਤਾਂ ਬਹੁਤ ਔਖੀ ਹੈ, ਲੇਕਿਨ ਉਹਨਾਂ ਦੇ 4 ਸ਼ਬਦ ਸੁਣ ਕੇ ਵੀ ਇੱਦਾਂ ਲੱਗਦਾ ਸੀ ਅਸੀਂ ਕਿਤੇ 4 ਗ੍ਰੰਥ ਪੜ੍ਹ ਲਏ ਹੋਣ। ਇੰਨਾ ਕੁ ਗਿਆਨ ਸਾਨੂੰ ਉਹਨਾਂ ਦੇ 4 ਸ਼ਬਦਾਂ ਤੋਂ ਮਿਲ ਜਾਂਦਾ ਸੀ। ਤਾਂ ਉਹ ਬਹੁਤ ਵੱਡੀ ਰੂਹ ਸੀ। ਉਹਦਾ ਜਿਹੜਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ, ਲੇਕਿਨ ਉਹਨਾਂ ਦਾ ਜਿਹੜਾ ਦਿੱਤਾ ਗਿਆਨ ਆ ਉਹ ਮੈਂ ਸਮਝਦਾ ਕਿ ਕਈ ਪੀੜ੍ਹੀਆਂ ਨੂੰ ਤਾਰੂਗਾ। ਗੁਰਬਚਨ ਸਿੰਘ ਦਾ ਸ਼ੁਰੂਆਤੀ ਸਫ਼ਰ ਕੋਈ ਸੁਖਾਲਾ ਨਹੀਂ ਸੀ। ਸ਼ੁਰੂ ਵਿੱਚ ਗੁਰਬਚਨ ਸਿੰਘ ਨੇ ਘਰ ਚਲਾਉਣ ਲਈ ਕਈ ਛੋਟੀਆਂ-ਮੋਟੀਆਂ ਨੌਕਰੀਆਂ ਵੀ ਕੀਤੀਆਂ, ਪਰ ਮਨ ਸੰਤੁਸ਼ਟ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਰੁਚੀ ਤਾਂ ਕਿਤਾਬਾਂ ਵਿੱਚ ਹੀ ਸੀ। ਇਸ ਲਈ ਉਹਨਾਂ ਬਠਿੰਡਾ ਅਤੇ ਮਾਨਸਾ ਵਿਖੇ ਨਵਯੁੱਗ ਗਿਆਨੀ ਕਾਲਜ ਖੋਲ੍ਹੇ, ਜਿੱਥੇ ਉਹਨਾਂ ਕਈ ਵਿਦਿਆਰਥੀਆਂ ਨੂੰ ਗਿਆਨੀ ਕਰਵਾਈ। ਇਸ ਦੇ ਨਾਲ ਹੀ ਬਤੌਰ ਲੈਕਚਰਾਰ ਗੁਰੂ ਨਾਨਕ ਕਾਲਜ ਡੱਬਵਾਲੀ ਅਤੇ ਰਜਿੰਦਰਾ ਕਾਲਜ ਬਠਿੰਡਾ ਵਿਖੇ ਵੀ ਪੜ੍ਹਾਉਣ ਜਾਂਦੇ ਰਹੇ। ਫਿਰ ਸਾਲ 1975-76 ਤੋਂ ਲਗਾਤਾਰ ਬਤੌਰ ਲੈਕਚਰਾਰ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੜ੍ਹਾਇਆ, ਜਿੱਥੋਂ 31 ਮਾਰਚ 1998 ਨੂੰ ਸੇਵਾ ਮੁਕਤ ਹੋਏ। ਇਸ ਤੋਂ ਬਾਅਦ ਉਹਨਾਂ TPD ਮਾਲਵਾ ਕਾਲਜ ਅਤੇ ਰੀਜਨਲ ਸੈਂਟਰ ਬਠਿੰਡਾ ਵਿਖੇ ਵੀ ਪੜ੍ਹਾਇਆ। ਇਹਨਾਂ ਨੂੰ ਮੈਂ ਪਹਿਲਾਂ ਤੋਂ ਸ਼ੁਰੂ ਤੋਂ ਹੀ, ਜਿਵੇਂ ਅਸੀਂ 6ਵੀਂ 7ਵੀਂ 'ਚ ਪੜ੍ਹਦੇ ਸੀ ਝੁੰਬੇ, ਇਹ ਨੰਦਗੜ੍ਹ ਸਾਡੇ ਪ੍ਰਾਈਵੇਟ ਸਕੂਲ ਹੁੰਦਾ ਸੀ। ਇਹ ਨਰੂਆਣੇ ਤੋਂ ਸਾਈਕਲ 'ਤੇ, ਉਦੋਂ ਕੋਈ ਸੜਕਾਂ ਹੁੰਦੀਆਂ ਨਹੀਂ ਸੀ, ਸਾਈਕਲ 'ਤੇ ਸੂਏ ਦੀ ਪਹੜੀ 'ਤੇ ਇਹ ਜਾਂਦੇ ਹੁੰਦੇ ਸੀ ਉੱਥੇ ਪੜ੍ਹਾਉਣ। ਘੱਟੋ ਘੱਟ ਮੇਰਾ ਖਿਆਲ ਆ 20-25 ਕਿਲੋਮੀਟਰ ਦਾ ਪੈਂਡਾ ਸੀ ਜੋ ਸਾਈਕਲ 'ਤੇ ਕਰਦੇ ਸੀ। ਇਸ ਤੋਂ ਇਹਦਾ ਮਤਲਬ ਇਹ ਆ ਵੀ ਇਹ ਮਿਹਨਤੀ ਸ਼ੁਰੂ ਤੋਂ ਹੀ ਸੀਗੇ
ਇਕੱਲਾ ਇਹ ਹੈ ਵੀ ਪੜ੍ਹਾਈ ਦੇ ਸੰਬੰਧ 'ਚ ਜਾਂ ਹੋਰ ਵੀ ਪੜ੍ਹਨ 'ਚ ਇਹਨਾਂ ਦਾ ਲਗਾਤਾਰ ਲੱਗੇ ਰਹਿੰਦੇ ਸੀਗੇ। ਇਹ ਆ ਵੀ ਉਹ ਵੀ ਮਿਹਨਤੀ ਵੀ ਬਹੁਤ ਸੀਗੇ। ਇੱਥੋਂ ਸਾਈਕਲ 'ਤੇ ਬਾਅਦ 'ਚ ਜਦੋਂ ਇਹ ਪੜ੍ਹਾਉਂਦੇ ਰਹੇ ਆ ਉੱਥੇ ਬੁਢਲਾਡਾ ਕਾਲਜ 'ਚ, ਉਦੋਂ ਵੀ ਇੱਥੋਂ ਸਾਈਕਲ 'ਤੇ ਜਾਣਾ ਬਠਿੰਡੇ, ਉੱਥੋਂ ਟ੍ਰੇਨ 'ਤੇ ਬੁਢਲਾਡਿਓਂ ਸਾਈਕਲ ਚੱਕ ਕੇ ਫੇਰ ਕਾਲਜ ਜਾਂਦੇ ਸੀ। ਉਹਨਾਂ ਕਈ ਮੌਲਿਕ ਕਿਤਾਬਾਂ ਦੀ ਰਚਨਾ ਕੀਤੀ ਅਤੇ ਬਹੁਤ ਸਾਰੀਆਂ ਕਿਤਾਬਾਂ ਦਾ ਸੰਪਾਦਨ ਵੀ ਕੀਤਾ, ਜਿਨ੍ਹਾਂ ਵਿੱਚੋਂ ਕੀਮਾ ਮਲਕੀ, ਸੋਠ ਬੀਜਾ ਗਾਵੀਏ ਅਤੇ ਸੱਭਿਆਚਾਰ ਕੁਝ ਪਰਿਪੇਖ ਉਹਨਾਂ ਦੀਆਂ ਮੌਲਿਕ ਕਿਤਾਬਾਂ ਵਿੱਚੋਂ ਹਨ। ਅਤੇ ਵੈਦ ਇੰਦਰ ਸਿੰਘ ਰਚਿਤ ਇਸ਼ਕ ਚਨਾਦਾ, ਕਰਮ ਸਿੰਘ ਰਚਿਤ ਸੋਹਣੀ ਅਤੇ ਰੰਗ ਰੰਗ ਦੀ ਕਰਮ ਸਿੰਘ ਦੀ ਸਵੈ ਜੀਵਨੀ ਉਹਨਾਂ ਕਿਤਾਬਾਂ ਵਿੱਚੋਂ ਹਨ ਜਿਨ੍ਹਾਂ ਦਾ ਉਹਨਾਂ ਸੰਪਾਦਨ ਕੀਤਾ। ਉਹ 7 ਭਾਸ਼ਾਵਾਂ ਦੇ ਗਿਆਤਾ ਰਹੇ, ਜਿਨ੍ਹਾਂ ਵਿੱਚ ਪੰਜਾਬੀ, ਉਰਦੂ, ਫਾਰਸੀ, ਬ੍ਰਿਜ, ਸੰਸਕ੍ਰਿਤ ਅਤੇ ਹਿੰਦੀ ਅੰਗਰੇਜ਼ੀ ਸ਼ਾਮਲ ਹਨ। ਮੈਨੂੰ ਜੇ ਪੜ੍ਹਨ ਦਾ ਈਵਨ ਪੁਲਿਸ ਮਹਿਕਮੇ ਵਿੱਚ ਹੁੰਦੇ ਹੋਏ ਜੇ ਪੜ੍ਹਨ ਦਾ ਸ਼ੌਕ ਪਿਆ ਤਾਂ ਮੈਨੂੰ ਪ੍ਰੋਫੈਸਰ ਸਾਹਿਬ ਤੋਂ ਪਿਆ, ਜਿਹੜੇ 5-6 ਭਾਸ਼ਾਵਾਂ ਦੇ ਸੰਸਕ੍ਰਿਤ, ਫਾਰਸੀ, ਪੰਜਾਬੀ, ਉਰਦੂ, ਅੰਗਰੇਜ਼ੀ, ਇਹਨਾਂ ਸਾਰਿਆਂ ਦੀ ਗਿਆਤਾ ਸਨ। ਬਹੁਤ ਸੋਹਣੀ ਸ਼ਖਸੀਅਤ। ਇਹਨਾਂ ਦੀ ਜਿਹੜੇ ਸਵਰਗਵਾਸ ਹੋਈ ਆ ਉਹਨਾਂ ਤੋਂ 3 ਘੰਟੇ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ, ਤਾਂ ਮੈਂ ਉਹਨਾਂ ਦੇ ਚਿਹਰੇ 'ਤੇ ਜਿਹੜੀ ਪਹਿਲਾਂ ਸ਼ਾਂਤੀ ਜਾਂ ਸਬਰ ਸਹਿਜ ਦੇਖਿਆ, ਉਹ ਮੈਂ 3 ਘੰਟੇ ਪਹਿਲਾਂ ਵੀ ਉਸੇ ਤਰ੍ਹਾਂ ਹੀ ਸੀ। ਤਾਂ ਇਹਨਾਂ ਦੀ ਸ਼ਖਸੀਅਤ ਦਾ ਮੇਰੀ ਜ਼ਿੰਦਗੀ 'ਤੇ ਬਹੁਤ ਵੱਡਾ ਜਾਂ ਸਾਡੇ ਪਰਿਵਾਰ ਦੇ ਮਾਹੌਲ 'ਤੇ ਬਹੁਤ ਵਧੀਆ ਪ੍ਰਭਾਵ ਰਿਹਾ। ਸਭ ਤੋਂ ਵਿਸ਼ੇਸ਼ ਗੱਲ ਇੱਕ ਵਿਸ਼ੇਸ਼ ਲਿਪੀ ਹੁੰਦੀ ਹੈ, ਸੰਯੋਗਾਤਮਕ ਲਿਪੀ, ਜਿਹਨੂੰ ਡੰਡਾ ਲਿਪੀ ਵੀ ਕਹਿ ਦਿੰਦੇ ਆ। ਜਿਹੜੇ ਪ੍ਰਾਚੀਨ ਗ੍ਰੰਥ ਹੈਗੇ ਆ ਸਾਡੇ, ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਗ੍ਰੰਥ ਹੈ, ਉਹ ਵੀ ਇਸ ਲਿਪੀ ਦੇ ਵਿੱਚ ਲਿਖੇ ਹੋਏ ਆ। ਉਹਨਾਂ ਦੇ ਉਹ ਬਹੁਤ ਵੱਡੇ ਜਿਹੜੇ ਹੈਗੇ ਵਿਦਵਾਨ ਸੀਗੇ। ਇਸ ਤਰ੍ਹਾਂ ਮੈਂ ਕਹਿ ਸਕਦਾ ਹੈਗਾ ਕਿ ਉਹ ਗਿਆਨ ਦੇ ਅਥਾਹ ਸਾਗਰ ਸਨ ਅਤੇ ਬਹੁਤ ਹੀ ਬੇਨਿਮਰ ਇਨਸਾਨ ਸਨ। ਮੈਂ ਇੱਕ ਵਾਰ ਫਿਰ ਆਪਣੀ ਪਰਿਵਾਰ ਵੱਲੋਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ, ਜਿਸ ਵਿੱਚ ਮੈਂ ਕੰਮ ਕਰਦਾ ਬਤੌਰ ਮੀਤ ਪ੍ਰਧਾਨ, ਉਸ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਾਂਗਾ। ਅਤੇ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਵੀ ਕਰਦਾ ਹੈਗਾ ਕਿ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ, ਸਰਕਾਰੀ ਯੂਨੀਵਰਸਿਟੀ ਵਿੱਚ ਉਹਨਾਂ ਦੇ ਨਾਮ 'ਤੇ ਕੋਈ ਚੇਅਰ ਸਥਾਪਿਤ ਕੀਤੀ ਜਾਵੇ ਅਤੇ ਪਿੰਡ ਵਿੱਚ ਉਹਨਾਂ ਦੀ ਕੋਈ ਢੁਕਵੀਂ ਯਾਦਗਾਰ ਜਿਹੜੀ ਹੈਗੀ ਆ, ਖੂਬਸੂਰਤ ਯਾਦਗਾਰ ਕਾਇਮ ਕੀਤੀ ਜਾਵੇ। ਕਿਸੇ ਵੀ ਅੱਖਰੀ ਸ਼ਬਦ ਦੇ ਅਰਥ ਕਰਨ ਅਤੇ ਉਹਨਾਂ ਦਾ ਅਨੁਵਾਦ ਕਰਨ ਵਿੱਚ ਉਹ ਇੰਨੇ ਮਾਹਰ ਸਨ ਕਿ ਸਾਹਿਤ ਜਗਤ ਦੀਆਂ ਮਹਾਨ ਹਸਤੀਆਂ ਵੀ ਉਹਨਾਂ ਦੀ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਸਨ। ਮੈਂ ਕੁਝ ਕਿਤਾਬਾਂ ਦੇ ਅਨੁਵਾਦ ਕੀਤੇ ਅਤੇ ਮੈਂ ਉਹਨਾਂ ਤੋਂ ਕਰੈਕਟ ਕਰਵਾਈ। ਉਹਨਾਂ ਨੇ ਜਿਸ ਤਰ੍ਹਾਂ ਕਰੈਕਸ਼ਨ ਕੀਤੀ, ਉਹ ਤੋਂ ਮੈਨੂੰ ਇੰਨੀ ਪ੍ਰੇਰਨਾ ਮਿਲੀ। ਅਤੇ ਮੈਂ ਖੁਦ ਹੁਣ ਜਦੋਂ ਹੁਣ ਅਨੁਵਾਦ ਕਰ ਰਿਹਾ ਸੀ, ਜਦੋਂ ਉਹਨਾਂ ਨੂੰ ਮੈਂ ਦਿਖਾਏ ਤਾਂ ਉਹ ਬਹੁਤ ਪ੍ਰਭਾਵਿਤ ਹੋਏ। ਮੈਂ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਜਿਹੜੀ ਉਹਨਾਂ ਦੀਆਂ ਕਰੈਕਸ਼ਨਾਂ ਹੁਣ ਤੱਕ ਕੀਤੀਆਂ ਹੋਈਆਂ, ਉਹ ਮੈਂ ਸਾਂਭ ਕੇ ਰੱਖੀਆਂ ਹੋਈਆਂ। ਮੈਂ ਬਾਰ-ਬਾਰ ਉਹਨਾਂ ਨੂੰ ਦੇਖਦਾ, ਬਾਰ-ਬਾਰ ਉਹਨਾਂ ਨੂੰ ਪੜ੍ਹਦਾ ਅਤੇ ਹੋਰ ਪ੍ਰੇਰਿਤ ਹੁੰਦਾ। ਨਾਵਲਕਾਰ TR ਵਿਨੋਦ, ਜੋ ਕਿ ਨਾਮੀ ਆਲੋਚਕ ਹਨ, ਕਹਾਣੀਕਾਰ ਅਤਰਜੀਤ, ਗੁਰਦਿਆਲ ਸਿੰਘ ਜੈਤੋਂ ਨਾਲ ਉਹਨਾਂ ਦੀ ਅਕਸਰ ਵਿਚਾਰ ਚਰਚਾ ਚੱਲਦੀ ਰਹਿੰਦੀ। ਪ੍ਰੋਫੈਸਰ ਸਾਹਿਬ ਨਾਲ ਤਕਰੀਬਨ 20-25 ਸਾਲ ਹੋ ਗਏ ਹੋਣਗੇ। ਜਦੋਂ ਅਜੇ ਮੈਂ ਸਰਵਿਸ ਦੇ ਵਿੱਚ ਸੀ, ਇਹਨਾਂ ਨਾਲ ਮੇਰਾ ਵਾਸਤਾ ਪਿਆ। ਮੈਂ ਕਿਸੇ ਸ਼ਬਦ ਦੀ ਮੈਨੂੰ ਜਾਣਕਾਰੀ ਨਹੀਂ ਸੀ ਮਿਲ ਰਹੀ। ਜਿਵੇਂ ਸ਼ਬਦ ਸੀ ਫਾਰਸੀ ਦਾ ਕੋਈ ਕੁਨ, ਇਹ ਕਿਤੋਂ ਮੇਰੇ ਸੁਣਨ 'ਚ ਆਇਆ ਸੀ ਅਤੇ ਮੈਂ ਉਸ ਵੇਲੇ ਸਰਵਿਸ ਵਿੱਚ ਹੀ ਸੀ ਅਜੇ। ਮੇਰੇ ਖਿਆਲ ਇਹ 95-96 ਦੀਆਂ ਗੱਲਾਂ ਹੋਣਗੀਆਂ ਕੋਈ। ਮੈਂ ਪ੍ਰੋਫੈਸਰ ਸਾਹਿਬ ਦਾ ਫ਼ੋਨ ਨੰਬਰ ਲੈ ਕੇ ਇਹਨਾਂ ਨੂੰ ਫ਼ੋਨ ਕੀਤਾ ਵੀ ਕੁਨ ਕੀ ਹੁੰਦਾ ਹੈ, ਔਰ ਉਹਨਾਂ ਨੇ ਇਕੱਲੇ ਕੁਨ ਦੇ ਅਰਥ ਨਹੀਂ ਦੱਸੇ, ਸਾਰਾ ਸੰਸਾਰ ਦਾ ਇੱਕ ਤਰ੍ਹਾਂ ਨਾਲ ਵੱਡਾ ਵਿਸਤਾਰ ਲਿਆ ਕੇ ਮੇਰੇ ਸਾਹਮਣੇ ਰੱਖ ਦਿੱਤਾ ਉਹਨਾਂ ਨੇ। ਉਹ ਕਹਿਣ ਲੱਗੇ, ਅਤਰਜੀਤ, ਕੁਨ ਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਨੇ ਜਦੋਂ ਇਹ ਸ਼ਬਦ ਬੋਲਿਆ ਕੁਨ, ਧਰਤੀ ਦੀ ਸ੍ਰਿਸ਼ਟੀ ਦੀ, ਬ੍ਰਹਿਮੰਡ ਦੀ ਸਿਰਜਣਾ ਹੋ ਗਈ। ਕੁਨ ਦੇ ਨਾਲ ਅਗਲਾ ਸ਼ਬਦ ਹੈ ਫੀ ਕੁਨ, ਵੀ ਜਦੋਂ ਕੁਨ ਕਿਹਾ ਅੱਲਾ ਨੇ, ਉਸੇ ਵੇਲੇ ਨਾਲ ਦੀ ਨਾਲ ਹੀ ਫੀ ਕੁਨ ਹੋ ਗਿਆ। ਇਹਦੇ ਵਿੱਚ ਗੈਪ ਨਹੀਂ ਹੈ ਕੋਈ। ਫਿਰ ਉਹਨਾਂ ਨੇ ਮੈਨੂੰ ਅੱਗੇ ਗੱਲ ਵਿਆਖਿਆ ਕਰਦੇ ਨੇ, ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਏਕਾ ਕਵਾਓ, ਕੀਤਾ ਪਸਾਓ, ਤਿਸਤੇ ਹੋਏ ਲਖ ਦਰਿਆਓ, ਇਸ ਤਰ੍ਹਾਂ ਕਰਕੇ ਫਿਰ ਕੁਦਰਤ ਨਾਲ ਜੋੜ ਕੇ ਗੱਲਾਂ ਕਰਨੀਆਂ
ਇੰਨਾ ਕਮਾਲ ਮੰਨ ਗਿਆ ਮੈਂ ਕਿ ਉਹਨਾਂ ਨੇ ਅੱਗੇ ਜਾ ਕੇ ਵੇਦ ਵਿਦਾਂਤ ਵਿੱਚੋਂ ਵੀ ਫਲਸਫਾ ਕੱਢ ਮਾਰਿਆ। ਏਡੇ ਵਿਦਵਾਨ ਹੋਣਾ, ਏਡਾ ਸਮੁੰਦਰ ਗਿਆਨ ਦਾ, ਜਾਣੀ ਕਿਤੋਂ ਵੀ ਉਹਨਾਂ ਨੂੰ ਕੋਈ ਗੱਲ ਪੁੱਛ ਲਓ, ਸੰਸਾਰ ਪੱਧਰ ਦੀ ਜਾਣਕਾਰੀ, ਕੋਈ ਪ੍ਰਸ਼ਨ ਪੁੱਛ ਲਓ, ਕਿਤੋਂ ਵੀ ਕੋਈ ਪ੍ਰਸ਼ਨ ਪੁੱਛ ਲਓ, ਹਰ ਪ੍ਰਸ਼ਨ ਦਾ ਉਹਨਾਂ ਕੋਲ ਤਿਆਰ ਬਰਤਿਆਰ ਉੱਤਰ ਹੁੰਦਾ ਸੀ। ਇਹ ਕਮਾਲ ਦੀ ਗੱਲ ਜਿਹੜੀ ਮੈਂ ਉਹਨਾਂ ਦੀ ਨੋਟ ਕੀਤੀ। ਹਿੰਦੂ ਫਲਸਫਾ, ਸਿੱਖ ਫਲਸਫਾ, ਸੰਸਾਰ ਪੱਧਰ ਦਾ ਮਾਰਕਸਵਾਦੀ ਚਿੰਤਨ, ਕੋਈ ਇਹੋ ਜਿਹੀ ਥਿਉਰੀ ਨਹੀਂ ਸੀ ਸੰਸਾਰ ਦੀ ਜਿਹੜੀ ਪ੍ਰੋਫੈਸਰ ਗੁਰਬਚਨ ਸਿੰਘ ਨਰੂਆਣਾ ਦੇ ਜ਼ਿਹਨ ਦੇ ਵਿੱਚ ਨਾ ਹੋਵੇ। ਅਗਲੀ ਗੱਲ ਜਿਹੜੀ ਮੈਂ ਹੋਰ ਕਹਿਣੀ ਚਾਹੂੰਗਾ ਕਿ ਜਦੋਂ ਮੈਂ ਪ੍ਰੋਫੈਸਰ ਸਾਹਿਬ ਨਾਲ ਇਹ ਵਿਚਾਰ ਵਟਾਂਦਰਾ ਕੀਤਾ, ਗੱਲ ਕੀਤੀ, ਮੈਂ ਕਿਹਾ ਪ੍ਰੋਫੈਸਰ ਸਾਹਿਬ ਜੇ ਆਗਿਆ ਹੋਵੇ ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ। ਕਹਿੰਦੇ ਨਹੀਂ ਅਤਰਜੀਤ, ਪ੍ਰਸ਼ਨ ਕੀ, ਤੁਸੀਂ ਗੱਲ ਕਰੋ, ਕੀ ਕਰਨੀ ਹੈ। ਮੈਂ ਕਿਹਾ ਵੀ ਇਹ ਜਿੰਨੀਆਂ ਕਿਤਾਬਾਂ ਤੁਸੀਂ ਕੰਧਾਂ ਦੇ ਨਾਲ ਲਾਈਆਂ ਹੋਈਆਂ ਨੇ, 4 ਦੀਵਾਰਾਂ ਤੁਹਾਡੀਆਂ ਕੰਧਾਂ ਦੀਆਂ ਕਮਰੇ ਦੀਆਂ ਭਰੀਆਂ ਪਈਆਂ ਸਬਾਤ ਸੀ ਵੱਡੀ ਇੱਕ ਤਰ੍ਹਾਂ ਦੀ, ਤੇ ਇਹ ਤੁਸੀਂ ਸਾਰੀਆਂ ਪੜ੍ਹ ਲਈਆਂ। ਕਹਿੰਦੇ ਅਤਰਜੀਤ ਕੋਈ ਵੀ ਇਹੋ ਜਿਹੀ ਕਿਤਾਬ ਨਹੀਂ ਹੈ ਜਿਹੜੀ ਮੇਰੀ ਨਿਗਾਹ ਥੱਲਿਓਂ ਨਾ ਲੰਘੀ ਹੋਵੇ। ਮੈਨੂੰ ਕੱਲੀ ਕਿਤਾਬ ਦਾ ਇਹ ਪਤਾ ਹੈ ਕਿ ਇਹਦਾ ਕੀ ਵਿਸ਼ਾ ਹੈ ਔਰ ਕਿਹੜੇ ਪੰਨੇ ਦੇ ਉੱਤੇ ਕੀ ਵਿਚਾਰ ਹੈ, ਇਹ ਕਾਹਦੇ ਲਈ ਹੈਗੀ। ਮੈਨੂੰ ਐਨ ਪੂਰੇ ਦਾ ਪੂਰਾ, ਤੁਸੀਂ ਜਿੱਥੋਂ ਮਰਜ਼ੀ ਕੋਈ ਕਿਤਾਬ ਚੱਕ ਲਓ, ਉਹ ਕਿਤਾਬ ਲਿਆ ਕੇ ਤੁਸੀਂ ਮੈਨੂੰ ਕੋਈ ਪ੍ਰਸ਼ਨ ਪੁੱਛ ਲਓ, ਮੈਂ ਤੁਹਾਨੂੰ ਉਹਦੇ ਤੋਂ ਜਵਾਬ ਦੇ ਸਕਦਾ। ਮੈਂ ਸਾਰੀਆਂ ਦੀਆਂ ਸਾਰੀਆਂ ਇਹ ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਪੰਜਾਬੀ ਟ੍ਰਿਬਿਊਨ ਵਿੱਚ ਫਿਰ ਮੈਂ ਇਹਨਾਂ ਨਾਲ ਇੰਟਰਵਿਊ ਕਰਕੇ ਆਰਟੀਕਲ ਲਿਖਿਆ ਸੀ, ਜਿਹਦਾ ਨਾਂ ਵੀ ਸੀ ਚੱਲਦਾ ਫਿਰਦਾ ਜਿਉਂਦਾ ਜਾਗਦਾ ਇਨਸਾਈਕਲੋਪੀਡੀਆ। ਗੁਰਬਚਨ ਸਿੰਘ ਨਰੂਆਣਾ ਬੇहद ਸਰਲ ਸੁਭਾਅ ਦੇ ਸਨ। ਕੋਈ ਵੀ ਉਹਨਾਂ ਕੋਲ ਕੁਝ ਸਿੱਖਣ ਜਾਂ ਕੁਝ ਪੁੱਛਣ ਆਉਂਦਾ ਤਾਂ ਉਹ ਉਸ ਦੀ ਪੂਰੀ ਮਦਦ ਕਰਦੇ, ਉਸ ਨੂੰ ਅੱਗੇ ਵਧਣ ਲਈ ਪ੍ਰੇਰਦੇ। ਬਹੁਤ ਸਾਰੇ ਨਵੇਂ ਲੇਖਕਾਂ ਦੀ ਮਦਦ ਉਹਨਾਂ ਕੁਝ ਇਸੇ ਤਰ੍ਹਾਂ ਹੀ ਕੀਤੀ। ਇੱਥੋਂ ਤੱਕ ਕਿ ਬਹੁਤ ਸਾਰੇ ਤਾਂ ਅਜਿਹੇ ਵੀ ਸਨ ਜਿਨ੍ਹਾਂ ਨੂੰ PhD ਤੱਕ ਵੀ ਗੁਰਬਚਨ ਸਿੰਘ ਨਰੂਆਣਾ ਨੇ ਮੁਫਤ ਕਰਵਾਈ। ਇਹ ਉਹਨਾਂ ਦੀ ਸ਼ਖਸੀਅਤ ਦਾ ਕਮਾਲ ਹੀ ਸੀ ਕਿ ਉਹ ਆਪ MA ਪਾਸ ਸਨ, ਪਰ ਅਣਗਿਣਤ ਵਿਦਿਆਰਥੀਆਂ ਨੂੰ PhD ਕਰਵਾ ਦਿੱਤੀ। ਤੇ ਮੈਂ ਜਦੋਂ ਹੀ ਉਹਨਾਂ ਕੋਲੇ ਆਈ ਤਾਂ ਉਹਨਾਂ ਨੇ ਮੈਨੂੰ MPhil ਦੇ ਉਸ ਥੀਸਿਸ ਲਈ ਪ੍ਰੇਰਿਤ ਕੀਤਾ ਕਿ ਬੇਟਾ ਇਸ ਦਾ MPhil ਥੀਸਿਸ ਲਈ ਮੈਂ ਤੇਰੀ ਹੈਲਪ ਕਰਾਂਗਾ। ਤੇ ਜਿਵੇਂ ਹੀ ਮਤਲਬ ਉਹਨਾਂ ਨੇ ਉਹ ਥੀਸਿਸ ਨੂੰ ਪ੍ਰਵਾਨ ਚੜਾਇਆ ਤੇ ਨਾਲ ਦੀ ਨਾਲ ਹੀ ਮੇਰਾ PhD ਦਾ ਕਾਰਜ ਜਿਹੜਾ ਸੀਗਾ ਉਹਦੇ ਲਈ ਉਹ ਥੋੜਾ ਜਿਹਾ ਮਟੀਰੀਅਲ ਥੋੜਾ ਪੈ ਗਿਆ, ਜਿਸ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੰਡਿਤ ਪੂਰਨ ਚੰਦ ਕਿਸ਼ਨਗੜ੍ਹ ਤੇ ਮੈਨੂੰ ਜਿਹੜੀ ਸੀ PhD ਕਰਵਾਈ। ਮਤਲਬ ਉਹਨਾਂ ਦਾ ਦੇਣ ਜਿਹੜਾ ਹੈ ਦਿੱਤਾ ਹੀ ਨਹੀਂ ਜਾ ਸਕਦਾ, ਕਿਉਂਕਿ ਜਿਸ ਮੰਜ਼ਿਲ ਤੱਕ ਉਹ ਮੈਨੂੰ ਛੱਡ ਕੇ ਗਏ ਨੇ, ਮੈਂ ਕਿਸੇ ਵੀ ਹਾਲਤ ਦੇ ਵਿੱਚ ਉਸ ਨੂੰ ਨਾ ਭੁੱਲਣ ਯੋਗ ਸਮਝਾਂਗੀ ਕਿ ਇੱਕ ਡਿਗਰੀ ਤੱਕ ਦਵਾ ਕੇ ਉਸ ਤੋਂ ਬਾਅਦ ਮੈਨੂੰ ਨੌਕਰੀ ਲਵਾ ਕੇ ਛੱਡ ਕੇ ਫੇਰ ਮੇਰਾ ਉਂਗਲ ਛੱਡਣ ਵਾਲੀ ਗੱਲ ਹੋ ਗਈ ਹੈ। ਪਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਰਸਮੀ ਜੇ ਸ਼ਬਦ ਧੰਨਵਾਦ ਨਾਲ ਮਾਪਿਆਂ ਦਾ ਰਿਣ ਨਹੀਂ ਚੁਕਾਇਆ ਜਾ ਸਕਦਾ, ਉਹ ਮੇਰੇ ਅਧਿਆਪਕ ਹੀ ਨਹੀਂ ਸਨ, ਮੇਰੇ ਪਿਤਾ ਸਨ। ਬੇਸ਼ੱਕ ਜਨਮ ਨਹੀਂ ਸੀ ਦਿੱਤਾ, ਪਰ ਫਿਰ ਵੀ ਮੈਨੂੰ ਜੋ ਅੱਜ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਉਸ ਅਧਿਆਪਕ ਦੀ ਜਿਹੜੀ ਹਾਂ ਇੱਕ ਵਿਦਿਆਰਥਣ ਹਾਂ, ਜਿਸ ਨੇ ਮੈਨੂੰ ਇਸ ਮਕਾਮ ਤੱਕ ਪਹੁੰਚਾ ਕੇ ਇੰਨੀ ਵਧੀਆ ਮੰਜ਼ਿਲ ਦਿਖਾਈ ਹੈ ਕਿ ਉਸ ਨੂੰ ਇੱਕ ਰਾਹ ਦਸੇਰਾ ਮੰਨਣਾ ਮੈਂ ਆਪਣੇ ਫਰਜ਼ਾਂ ਤੋਂ ਭੁੱਲ ਰਹੀ ਹੋਵਾਂਗੀ ਅਗਰ ਮੈਂ ਉਹਨਾਂ ਨੂੰ ਆਪਣਾ ਰਾਹ ਦਸੇਰਾ ਨਹੀਂ ਮੰਨਾਂਗੀ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਆ ਰਾਮ। ਤੋ ਗੁਰੂ ਇਸ ਤਰ੍ਹਾਂ ਦੀ ਇੱਕ ਸ਼ਕਤੀ ਹੈ, ਉਹ ਪਾਰਸ ਪੱਥਰ ਵਰਗਾ ਹੈ, ਜਿਹੜਾ ਲੋਹੇ ਨੂੰ ਜਦੋਂ ਛੂਹ ਲੈਂਦਾ ਤਾਂ ਉਹ ਵੀ ਸੋਨਾ ਬਣ ਜਾਂਦਾ। ਤੇ ਇਹ ਪ੍ਰੋਫੈਸਰ ਸਾਹਿਬ ਬਾਰੇ ਬਿਲਕੁਲ ਗੱਲ ਢੁਕਦੀ ਹੈ। ਉਹ ਇਸ ਤਰ੍ਹਾਂ ਦੇ ਗੁਰੂ ਸੀ। ਉਹ ਜਦੋਂ ਵੀ ਕਿਸੇ ਆਪ ਖੁਦ MA ਸੀ ਸਿਰਫ, ਪਰ ਉਹਨਾਂ ਨੇ ਸੈਂਕੜੇ ਹੀ PhD ਕਰਵਾਤੀਆਂ, MPhil ਕਰਵਾ ਦਿੱਤੀਆਂ ਲੋਕਾਂ ਨੂੰ। ਇੰਨਾ ਉਹਨਾਂ ਦਾ ਇੱਕ ਵੱਡਾ ਰੁਤਬਾ ਸੀ ਤੇ ਉਹ ਬਹੁਤ ਹੀ ਗਿਆਨਵਾਨ ਇੱਕ ਆਦਮੀ ਸਨ, ਇੱਕ ਪੁਰਸ਼ ਸਨ, ਮਹਾਪੁਰਸ਼ ਸਨ, ਬਿਲਕੁਲ ਦਰਵੇਸ਼ ਆਦਮੀ ਸੀਗੇ। ਗੁਰਬਚਨ ਸਿੰਘ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿੱਚ ਜ਼ਿਆਦਾਤਰ ਘਰ ਹੀ ਰਹਿੰਦੇ ਸਨ। ਇਸ ਦੌਰਾਨ ਉਹਨਾਂ ਦੀ ਨੂੰਹ ਸਰਬਜੀਤ ਕੌਰ ਨੇ ਧੀ ਬਣ ਕੇ ਪਿਤਾ ਵਾਂਗ ਉਹਨਾਂ ਦੀ ਸੇਵਾ ਕੀਤੀ। ਇਸ ਚੀਜ਼ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਸਹੁਰੇ ਦੇ ਰੂਪ ਵਿੱਚ ਇੱਕ ਬਾਪ ਮਿਲਿਆ, ਔਰ ਮੈਂ ਉਮੀਦ ਕਰਦੀ ਹਾਂ ਕਿ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ, ਨੂੰਹਾਂ ਨੂੰ ਇਸ ਤਰ੍ਹਾਂ ਦੇ ਮਹਾਨ ਬਜ਼ੁਰਗ ਮਿਲਣ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ। 13 ਸਾਲਾਂ ਤੋਂ ਉਹ ਮੇਰੇ ਨਾਲ ਕਿ ਸਾਡਾ ਨੂੰਹ ਸਹੁਰੇ ਵਾਲਾ ਰਿਸ਼ਤਾ
ਇੱਕ ਤਰ੍ਹਾਂ ਨਹੀਂ ਸੀ ਜੀ, ਪਿਓ ਧੀ ਵਾਲਾ ਰਿਸ਼ਤਾ ਸਾਡਾ ਜੁੜ ਚੁੱਕਿਆ ਸੀ ਬਿਲਕੁਲ, ਕਿਉਂਕਿ 13 ਸਾਲਾਂ ਤੋਂ ਉਹ ਬਹੁਤ ਘੱਟ ਬਾਹਰ ਅੰਦਰ ਜਾ ਰਹੇ ਨੇ ਸੀਗੇ ਔਰ ਜ਼ਿਆਦਾਤਰ ਉਹ ਘਰ ਵਿੱਚ ਹੀ ਰਹਿੰਦੇ ਸੀ। ਔਰ ਉਹਨਾਂ ਦਾ ਜੋ ਖਾਣ ਪਾਣ, ਜੋ ਵੀ ਉਹਨਾਂ ਨੂੰ ਪਸੰਦ ਨਾ ਪਸੰਦ, ਤਕਰੀਬਨ ਮੈਨੂੰ ਸਾਰੀਆਂ ਚੀਜ਼ਾਂ ਹੁਣ ਯਾਦ ਹੀ ਨੇ, ਜਿਨ੍ਹਾਂ ਵਿੱਚੋਂ ਕਿ ਸਰਦੀਆਂ ਦੇ ਸ਼ੁਰੂ ਹੁੰਦੇ ਸਾਰ ਉਹਨਾਂ ਦਾ ਗਰਮ ਪਾਣੀ ਪੀਣਾ, ਉਹਨਾਂ ਦਾ ਜੋ ਵੀ ਸਬਜ਼ੀ ਵਗੈਰਾ ਜੋ ਕਹਿੰਦੇ ਕਾਬਲੀ ਚਨੇ ਜਾਂ ਕਾਲੇ ਛੋਲੇ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਉਹਨਾਂ ਨੂੰ ਬੇਹੱਦ ਪਸੰਦ ਸੀ ਜੀ। ਔਰ ਹੋਰ ਕੀ ਦੱਸਾਂ ਮੈਂ ਤੁਹਾਨੂੰ ਵੀ, ਮਤਲਬ ਜਦੋਂ ਪਿਛਲੇ 2 ਮਹੀਨਿਆਂ ਦੇ ਵਿੱਚ ਉਹ ਜ਼ਿਆਦਾ ਬਿਮਾਰ ਰਹਿਣ ਲੱਗ ਗਈ ਸੀ, ਉਦੋਂ ਮੈਂ ਉਹਨਾਂ ਦੇ ਵਾਲ ਵਗੈਰਾ ਆਪੇ ਵਾਹੁੰਦੀ ਹੁੰਦੀ ਸੀ, ਸਾਰਾ ਮਤਲਬ ਕਿ ਵੀ ਨਵਾਉਣਾ ਧਵਾਉਣਾ ਵੀ ਆਪਣੇ ਆਪ ਸਾਰਾ ਕਰਨਾ ਸੀ। ਤਾਂ ਉਹ ਕਹਿ ਦਿੰਦੇ, ਬੀਬਾ ਮੈਨੂੰ ਇਸ ਤਰ੍ਹਾਂ ਲੱਗਦਾ ਜਦੋਂ ਤੂੰ ਮੇਰੇ ਜੂੜਾ ਕਰਦੀ ਹੈ ਤਾਂ ਮੈਨੂੰ ਆਪਣੀ ਨਾਨੀ ਦੀ ਯਾਦ ਆ ਜਾਂਦੀ ਆ, ਕਿਉਂਕਿ ਉਹ ਛੋਟੇ ਹੁੰਦੇ ਹੋਏ ਉਹਨਾਂ ਦੀ ਮਦਰ ਦੀ ਡੈਥ ਹੋ ਚੁੱਕੀ ਸੀ ਔਰ ਉਹਨਾਂ ਨੇ ਮਤਲਬ ਕਿ ਵੀ ਆਪਣਾ ਬਚਪਨ ਹੈ ਨਾਨਕੇ ਪਿੰਡ ਗੁਜ਼ਾਰਿਆ ਸੀ ਔਰ ਉਹਨਾਂ ਦੀ ਨਾਨੀ ਜੀ ਨੇ ਉਹਨਾਂ ਨੂੰ ਪਾਲਿਆ ਪਲੋਸਿਆ ਸੀ। ਤਾਂ ਉਹੀ ਉਹਨਾਂ ਦਾ ਮਤਲਬ ਕਿ ਵੀ ਤਿਆਰ ਕਰਕੇ ਉਹਨਾਂ ਸਕੂਲ ਵਗੈਰਾ ਭੇਜਦੇ, ਤਾਂ ਉਹ ਹੁਣ ਉਹ ਗੱਲਾਂ ਮੇਰੇ ਨਾਲ ਬਹੁਤ ਸਾਂਝੀਆਂ ਕਰਦੇ ਸਨ। ਫਿਲਹਾਲ ਉਹਨਾਂ ਦੇ ਪੋਤਰੇ ਪ੍ਰਤੀਕ ਅਤੇ ਨਵਗੀਤ ਵੀ ਦਾਦਾ ਜੀ ਵਾਂਗ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹਨ ਅਤੇ ਇਹੀ ਸ਼ੌਕ ਦੋਤਰਿਆਂ ਅੰਦਰ ਵੀ ਚਿੰਗਾਰੀ ਵਾਂਗ ਮੱਗ ਰਿਹਾ ਹੈ। ਮੇਰੇ ਨਾਨਾ ਜੀ ਸੀਗੇ, ਮੇਰਾ ਉਹਨਾਂ ਨਾਲ ਬਚਪਨ ਤੋਂ ਹੀ ਬਹੁਤ ਜ਼ਿਆਦਾ ਪ੍ਰੇਮ ਸੀਗਾ ਅਤੇ ਬਚਪਨ 'ਚ ਕਾਫੀ ਵਾਰ ਅਸੀਂ ਬਠਿੰਡੇ ਰਹਿੰਦੇ ਹਾਂ, ਉਹ ਸਾਡੇ ਕੋਲ ਆਉਂਦੇ ਹੁੰਦੇ ਸੀ, ਖਾਸ ਕਰਕੇ ਮੇਰੇ ਐਗਜ਼ਾਮਸ ਵੇਲੇ ਮੈਂ ਉਹਨਾਂ ਨੂੰ ਖਾਸ ਕਰਕੇ ਬੁਲਾ ਲੈਂਦਾ ਸੀ ਆਪਣੇ ਐਗਜ਼ਾਮ ਵੇਲੇ। ਮੈਂ ਸੈਂਟ ਜੇਵਿਅਰਸ ਪੜ੍ਹਿਆ, ਕੌਨਵੈਂਟ ਹੋਣ ਕਰਕੇ ਮੇਰੀ ਹਿੰਦੀ ਅਤੇ ਪੰਜਾਬੀ 'ਚ ਇੰਨਾ ਚੰਗਾ ਨਹੀਂ ਸੀਗਾ ਮੈਂ, ਪਰ ਉਹ ਜਦੋਂ ਵੀ ਆਉਂਦੇ ਉਹਨਾਂ ਨੇ ਪੜ੍ਹਾਉਣਾ ਮੈਨੂੰ ਮੇਰੇ ਮੰਮਾ ਪਾਪਾ ਨਾਲੋਂ ਜ਼ਿਆਦਾ ਉਹ ਪਸੰਦ ਸੀਗੇ ਮੈਨੂੰ ਪੜ੍ਹਾਉਂਦੇ ਵਕਤ। ਹੋਰ ਉਹਨਾਂ ਨੇ ਜਦੋਂ ਉਹਨਾਂ ਨੇ ਬੁੱਕ ਲਿਖੀ ਸੀ, ਰੀਸੈਂਟ ਬੁੱਕ ਲਿਖੀ ਸੱਭਿਆਚਾਰ ਕੁਛ ਪ੍ਰਵੇਖ, ਉਹਨਾਂ ਨੇ ਮੈਨੂੰ ਖਾਸ ਕਰਕੇ ਡੈਡੀਕੇਟ ਕੀਤੀ ਸੀਗੀ। ਉਹਨਾਂ ਨੂੰ ਨੌਲੇਜ ਤਾਂ ਹਰ ਟੌਪਿਕ ਦੀ ਹੁੰਦੀ ਸੀਗੀ, ਪਰ ਮੈਨੂੰ ਜਿਵੇਂ ਇੰਡੀਆ ਦੇ ਇਤਿਹਾਸ ਦੀ ਜਾਣਕਾਰੀ ਨਹੀਂ ਨਾ ਹੋਣ ਦੇ ਬਾਵਜੂਦ ਅੱਜ ਕੱਲ੍ਹ ਨਵੇਂ ਯੁੱਗ ਨਾਲ ਜੁੜੇ ਹੋਏ ਆ, ਪੁਰਾਤਨ ਨੌਲੇਜ ਨਹੀਂ ਹੈਗੀ, ਉਹਨਾਂ ਦੀ ਡਿਸਕਸ਼ਨ ਕਰਨੀ। ਜਿਵੇਂ ਮੈਂ 10th ਕਲਾਸ ਵਿੱਚ ਆਪਣਾ ਕੋਈ ਵੀ ਅਰਥ ਵਗੈਰਾ ਪੁੱਛਦਾ ਸੀਗਾ ਅਤੇ ਉਹ ਬੜੇ ਆਸਾਨੀ ਨਾਲ ਦੱਸ ਦਿੰਦੇ ਸੀ। ਉਹਨਾਂ ਨੂੰ ਕਿਤਾਬ ਚੱਕਣ ਦੀ ਵੀ ਕੋਈ ਬਹੁਤੀ ਜ਼ਰੂਰਤ ਨਹੀਂ ਪੈਂਦੀ ਸੀ, ਜਿਵੇਂ ਕੋਈ ਵਿਆਖਿਆ ਕਰਨੀ ਆ ਜਾਂ ਕੁਝ ਵੀ ਕਰਨਾ ਗਾ, ਉਹਨਾਂ ਨੂੰ ਇੱਕ ਪੜ੍ਹਾਉਣ ਦਾ ਸਲੀਕਾ ਵੀ ਉਹਨਾਂ ਦਾ ਬਹੁਤ ਵਧੀਆ ਸੀਗਾ ਅਤੇ ਸਟੂਡੈਂਟ ਦੇ ਦਿਮਾਗ 'ਚ ਆਸਾਨੀ ਨਾਲ ਉਹ ਆਸਾਨੀ ਨਾਲ ਸਟੂਡੈਂਟ ਦੇ ਦਿਮਾਗ ਵਿੱਚ ਪਾ ਦਿੰਦੇ ਸੀ। ਯਾਦਾਂ ਦੀ ਪਟਾਰੀ 'ਚ ਝਾਕ ਮਾਰਦੇ ਹੋਏ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਫਾਦਰ ਸਾਹਿਬ ਨੂੰ ਕਿਤਾਬਾਂ ਪੜ੍ਹਨ ਦਾ ਕਿੰਨਾ ਸ਼ੌਂਕ ਸੀ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਉਹਨਾਂ ਦੇ ਬਹੁਤ ਹੀ ਫੇਵਰੇਟ ਲੇਖਕ ਸਨ ਅਤੇ ਉਹਨਾਂ ਦਾ ਜਿਹੜਾ ਲੜੀਵਾਰ ਪ੍ਰੀਤਲੜੀ ਮੈਗਜ਼ੀਨ ਆਉਂਦਾ ਸੀ, ਉਹ ਉਹਨਾਂ ਨੇ ਹਰ ਮਹੀਨੇ ਲਗਵਾਇਆ ਹੋਇਆ ਸੀ, ਘਰ ਆਉਂਦਾ ਸੀ ਅਤੇ ਉਹਦੀਆਂ ਪੂਰੀਆਂ ਹੀ ਉਹ ਕਲੈਕਸ਼ਨ ਉਹਨਾਂ ਨੇ ਅੱਜ ਵੀ ਸੰਭਾਲ ਕੇ ਰੱਖੀ ਹੋਈ ਆ। ਅਤੇ ਉਹਨਾਂ ਦਾ ਇੱਕ ਜ਼ਿੰਦਗੀ ਦਾ ਫਲਸਫਾ ਸੀ, ਡਾਕਟਰ ਇਕਬਾਲ ਦੀਆਂ ਇਹ ਲਾਈਨਾਂ, ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਇੱਕ ਹੋਰ ਖਾਸ ਗੱਲ ਸੀ ਉਹਨਾਂ ਦੇ ਜੀਵਨ ਦੀ ਕਿ ਉਹ ਇੰਨੇ ਕੁ ਜ਼ਿਆਦਾ ਪਿਆਰ ਵਾਲੀ ਸ਼ਖਸੀਅਤ ਸਨ, ਸਾਰੇ ਵੱਡੇ ਤੋਂ ਲੈ ਕੇ ਛੋਟੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ। ਸਾਰੇ ਉਹਨਾਂ ਨੂੰ ਪਿਆਰ ਨਾਲ ਬਾਜੀ ਕਹਿ ਕੇ ਬੁਲਾਉਂਦੇ ਸਨ। ਉਹ ਸਾਰਿਆਂ ਦੇ ਹੀ ਬਾਜੀ ਸਨ। ਉਹ ਮੇਰੇ ਪਿਤਾ ਹੀ ਨਹੀਂ ਸਨ, ਮੇਰੇ ਗੁਰੂ ਵੀ ਸਨ, ਮੇਰੇ ਟੀਚਰ ਵੀ ਸਨ, ਆਲੋਚਕ ਵੀ ਸਨ, ਮੇਰੇ ਗਾਈਡ ਵੀ ਸਨ ਅਤੇ ਮੇਰੀ ਇਹੀ ਇੱਛਾ ਹੈ ਕਿ ਮੇਰੇ ਆਉਣ ਵਾਲੇ ਜਿੰਨੇ ਵੀ ਜਨਮ ਹੋਣ ਉਹੀ ਮੇਰੇ ਪਿਤਾ ਹੋਣ ਅਤੇ ਮੈਂ ਉਹਨਾਂ ਦੀ ਬੇਟੀ। ਇੰਨੀ ਮਹਾਨ ਸ਼ਖਸੀਅਤ ਦੇ ਜੀਵਨ ਦੇ ਫਲਸਫੇ ਨੂੰ ਕੁਛ ਹੀ ਪਲਾਂ ਵਿੱਚ ਸਮੇਟਣਾ ਸੌਖਾ ਨਹੀਂ ਹੈ, ਇਹ ਅਸੰਭਵ ਹੈ। ਅਸੀਂ ਤਾਂ ਸਿਰਫ ਕੋਸ਼ਿਸ਼ ਹੀ ਕਰ ਸਕਦੇ ਹਾਂ ਅਤੇ ਕੋਸ਼ਿਸ਼ ਹੀ ਕੀਤੀ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ। ਗੁਰਬਚਨ ਸਿੰਘ ਨਰਵਾਣਾ ਭਾਵੇਂ ਕਿ 14 ਜੂਨ 2020 ਨੂੰ ਅਲਵਿਦਾ ਕਹਿ ਗਏ ਹਨ, ਪਰ ਉਹਨਾਂ ਦੇ ਇਕੱਠੇ ਕੀਤੇ ਗਿਆਨ ਅਤੇ ਲਿਖੀਆਂ ਹੋਈਆਂ ਕਿਤਾਬਾਂ ਦੀ ਮਹਿਕ ਹਰ ਪੜ੍ਹਨ ਵਾਲੇ ਦੇ ਜ਼ਿਹਨ ਵਿੱਚੋਂ ਆਉਂਦੀ ਰਹੇਗੀ। ਅਜਿਹੀ ਵਿਲੱਖਣ ਸ਼ਖਸੀਅਤ ਨੂੰ ਅਸੀਂ ਭਾਵਭਿੰਨੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਾਂ।